श्री वाहिगुरु जी। गुरु गरीब निवास धन श्री गुरु ग्रंथ साहिब जीओ महाराज। धन श्री गुरु नानक देव जीओ। धन श्री गुरु नानक देव जीओ महाराज। बलहारी गुरे अपने दियो गाड़ी सदवार। जिन मानस ते देवते किए जिन मानस ते देवते किए जिन मानस ते देवते किए करत न लागी वार। नारायण नरपत नमस्कार। नारायण नरपत नमस्कार। नारायण नरपत नमस्कार। नरपत नमस्कार।
ऐसे गुरु को बल बल जाइए। ऐसे गुरु को बल बल जाइए। ऐसे गुरु को बल बल जाइए। आप मुकुत मोह तारे। ऐसे गुरु को बल बल जाइए। ऐसे गुरु को बल बल जाइए। आप मुकुत मोह तारे। गुरु को बल बल जाइए। ऐसे गुरु को बल बल जाइए। 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 ऐसे गुरु को बल बल जाइए। 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 ऐसे गुरु को बल बल जाइए। गुरु को बल बल जाइए। ऐसे गुरु को बल बल जाइए। गुरु को बल बल जाइए। ऐसे गुरु को बल बल जाइए। गुरु को बल बल जाइए। ऐसे गुरु को बल बल जाइए। आप मुकुत मोहे तार। आप मुकुत मोहे तार जी। आप मुकुट मोहे तारे 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 जी। मुकुत मोहे तार जी। मुकुत मोहे तार जी। मुकुट मोहे तारे जी। मुकुट मोहे तारे जी। मुकुट मोहे तारे जी। मुकुट मोहे तारे जी। गुरु को बल बल जाइए। 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 बल बल जाइए। गुरु को बल बल जाइए। गुरु को बल बल जाइए। ऐसे गुरु को बल बल जाइए। गुरु को बल बल जाइए। ऐसे गुरु को बल बल जाइए। गुरु को बल बल जाइए। ऐसे गुरु को बल बल जाइए। नारायण नरपत नमस्कारे। ऐसे गुरु को बल बल जाइए। आप मुक्त महतारे परम सम्मान जोग सतगुरु श्री गुरु ग्रंथ साहब महाराज जी की पावन पुत्रने की गोद विच जुड़ी बैठी गुरु प्यारी गुरु सवारी गुरु का खास रूप गुरु खालसा साध संगत जी आओ प्रेम सत्कार दे नाल धन गुरु ग्रंथ साहब महाराज जी के चरणों में आपो अपनी हाजरी लगवाइए। कोई भी रसना वांझी ना रहे। जिन्ने भी सत्कारयोग वीर ते भैणां गुरु की हजूरी च बैठियां ने सारे आपो अपनी हाजरी धन गुरु ग्रंथ साहब महाराज जी के पावन चरणों में लगवाउण दा यतन करो।
ਸਾਰੇ ਪ੍ਰੇਮ ਦੇ ਵਿੱਚ ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾ ਪਾਵਨ ਪ੍ਰਕਾਸ਼ ਦਿਹਾੜਾ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਆਪਾਂ ਸਾਰੇ ਮਨਾ ਰਹੇ ਹਾਂ। ਬਹੁਤ ਵੱਡਾ ਉਪਰਾਲਾ ਹੈ। ਨਗਰ ਖੱਕ ਦੀ ਸਮੂਹ ਸੰਗਤ ਦਾ, ਸਮੂਹ ਨੌਜਵਾਨ ਵੀਰਾਂ ਦਾ, ਜੋ ਹਰ ਸਾਲ ਇਹ ਮਹਾਨ ਗੁਰਮਤਿ ਸਮਾਗਮ ਕਰਵਾਉਂਦੇ ਹੈ ਤੇ ਸਤਿਗੁਰਾਂ ਜੀ ਦੇ ਚਰਨਾਂ ਦੇ ਵਿੱਚ ਬਹਿ ਕਰਕੇ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਿਧਾਂਤਾਂ ਬਾਰੇ ਵਿਚਾਰ ਕਰਨੀ ਹੈ। ਮਹਾਰਾਜ ਜੀ ਕਹਿੰਦੇ ਸੰਗਤ ਬਿਨਾਂ ਭਾਗਾਂ ਤੋਂ ਨਹੀਂ ਮਿਲਦੀ। ਸੁਣਿਓ ਧਿਆਨ ਨਾਲ। ਤੇ ਸਤਿਗੁਰੂ ਜੀ ਕਹਿੰਦੇ ਜੇ ਕਿਤੇ ਸੁਭਾਗ ਜਾਗ ਪੈਣ, ਕਰਮ ਜਾਗ ਪੈਣ, ਸੰਗਤ ਮਿਲ ਜਾਵੇ। ਤੇ ਸਤਿਗੁਰੂ ਜੀ ਕਹਿੰਦੇ ਫਿਰ ਜਿੰਨਾ ਹੋ ਸਕੇ ਸੰਗਤ ਦੇ ਕੋਲੋਂ ਲਾਹਾ ਲੈਣਾ ਚਾਹੀਦਾ ਹੈ। ਮਹਾਰਾਜ ਜੀ ਕਹਿੰਦੇ ਪ੍ਰੇਮ ਦੇ ਨਾਲ ਸੰਗਤ ਵਿੱਚ ਬਹਿ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਤੇ ਗੁਰਮੁਖ ਪਿਆਰਿਓ, ਸੰਗਤ ਕਰਨ ਵਾਲਿਆਂ ਦੀ ਕਮੀ ਨਹੀਂ ਹੈ। ਬੜੇ ਆ ਜਿਹੜੇ ਸੰਗਤ ਕਰਦੇ ਆ। ਅੱਜ ਜੇ ਕੌਮ ਦੇ ਵਿੱਚ ਘਾਟਾ ਹੈ ਨਾ ਤੇ ਮੰਨਣ ਵਾਲਿਆਂ ਦਾ ਘਾਟਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਨਾ ਇੱਕ ਸਿੱਖ ਜਿਹਦਾ ਨਾਮ ਇਤਿਹਾਸ ਦੇ ਵਿੱਚ ਧੌਣ ਮੁਰਾਰੀ ਹੈ। ਸੁਣਿਓ ਪਿਆਰ ਦੇ ਨਾਲ। ਸਿਧਾਂਤਕ ਬਚਨ ਹੈ, ਸਾਡੇ ਕੰਮ ਆਉਣ ਵਾਲਾ ਬਚਨ ਹੈ। ਤੇ ਧੌਣ ਮੁਰਾਰੀ ਨੇ ਆਣ ਕੇ ਬਚਨ ਕੀਤਾ, ਗੁਰੂ ਸਾਹਿਬ ਨੂੰ ਸਵਾਲ ਕੀਤਾ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮੇਰਾ ਇੱਕ ਸਵਾਲ ਹੈ। ਤੇ ਮਹਾਰਾਜ ਜੀ ਕਹਿਣ ਲੱਗੇ ਧੌਣ ਮੁਰਾਰੀ ਦੱਸ ਤੇਰਾ ਕੀ ਸਵਾਲ ਹੈ। ਸੁਣਿਓ, ਸ਼ਾਇਦ ਹੋ ਸਕਦਾ ਸਾਡਾ ਵੀ ਬਾਣਿਆਂ ਦਾ ਸਵਾਲ ਹੀ ਹੋਵੇ। ਸਤਿਗੁਰੂ ਕਹਿਣ ਲੱਗੇ ਦੱਸ ਧੌਣ ਮੁਰਾਰੀ ਕਿਹੜਾ ਸਵਾਲ ਹੈ ਵੀ ਤੇਰਾ। ਕਹਿੰਦੇ ਮਹਾਰਾਜ ਜੀ ਤੁਹਾਡੀ ਉਚਾਰਨ ਕੀਤੀ ਹੋਈ ਬਾਣੀ ਨੂੰ ਅਸੀਂ ਪੜ੍ਹਦੇ ਵੀ ਹਾਂ। ਸੁਣਿਓ ਹੁਣ ਧਿਆਨ ਨਾਲ। ਐ ਮਹਾਰਾਜ ਤੁਹਾਡੀ ਬਾਣੀ ਨੂੰ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ ਤੇ ਵਿਚਾਰਦੇ ਵੀ ਹਾਂ। ਹੁਣ ਵੇਖਿਓ, ਪੜ੍ਹਨ ਦਾ ਵੱਖਰਾ ਫਲ ਹੈ, ਸੁਣਨ ਦਾ ਵੱਖਰਾ ਫਲ ਹੈ, ਵਿਚਾਰਨ ਦਾ ਵੱਖਰਾ ਫਲ ਹੈ। ਤੇ ਧੌਣ ਮੁਰਾਰੀ ਕਹਿੰਦਾ ਮਹਾਰਾਜ ਜੀ ਪੜ੍ਹਦੇ, ਸੁਣਦੇ ਤੇ ਵਿਚਾਰਦੇ ਤੇ ਹੈ ਹੀ ਆ, ਪਰ ਮਹਾਰਾਜ ਜੀ ਦੁਰਮਤ ਕਿਤੇ ਕਿਤੇ ਪਹਿਰਾ ਕਰ ਲੈਂਦੀ ਹੈ। ਦੁਰਮਤ ਨਹੀਂ ਜਾਂਦੀ, ਮਾੜੀ ਮਤ ਨਹੀਂ ਜਾਂਦੀ। ਸਤਿਗੁਰੂ ਕਹਿੰਦੇ ਧੌਣ ਮੁਰਾਰੀ ਬਹਿ ਜਾ, ਤੇਰੇ ਸਵਾਲ ਦਾ ਜਵਾਬ ਤੈਨੂੰ ਦਿੰਨੇ ਆ। ਤੇ ਕਹਿੰਦੇ ਜਦੋਂ ਸੰਗਤ ਦਾ ਇਕੱਠ ਹੋ ਗਿਆ ਨਾ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਦੱਸ ਬਈ ਧੌਣ ਮੁਰਾਰੀ ਆਪਣੇ ਸਵਾਲ ਨੂੰ ਇੱਕ ਵਾਰੀ ਫਿਰ ਦੁਹਰਾ ਕੀ ਕਹਿੰਦਾ। ਤੇ ਕਹਿੰਦੇ ਮਹਾਰਾਜ ਬਾਣੀ ਪੜ੍ਹਦੇ ਵੀ ਆ, ਵਿਚਾਰਦੇ ਵੀ ਆ ਤੇ ਸੁਣਦੇ ਵੀ ਆ, ਪਰ ਮਹਾਰਾਜ ਜੀ ਕਿਰਪਾ ਕਰੋ ਦੁਰਮਤ ਨਹੀਂ ਜਾਂਦੀ ਵਿੱਚੋਂ, ਮਾੜੀ ਮਤ ਨਹੀਂ ਜਾਂਦੀ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਬਚਨ ਕੀਤਾ ਨਾ, ਹੁਣ ਪਿਆਰ ਦੇ ਨਾਲ ਸੁਣਿਓ ਸਤਿਗੁਰੂ ਕੀ ਕਹਿੰਦੇ ਆ। ਸਤਿਗੁਰੂ ਕਹਿਣ ਲੱਗੇ ਧੌਣ ਮੁਰਾਰੀ ਤਿੰਨ ਗੱਲਾਂ ਬਹੁਤ ਵਧੀਆ ਨੇ, ਪੜ੍ਹਦਾ ਵੀ ਐ, ਸੁਣਦਾ ਵੀ ਐ ਤੇ ਵਿਚਾਰਦਾ ਵੀ ਐ, ਪਰ ਇੱਕ ਗੱਲ ਨਾਲ ਕਿਤੇ ਹੋਰ ਜੋੜ ਲਵੇਂ ਤੇ ਗੁਰੂ ਨਾਨਕ ਸਾਹਿਬ ਕਿਰਪਾ ਕਰ ਦੇਣਗੇ। ਕਹਿੰਦੇ ਜੀ ਦੱਸੋ ਸਤਿਗੁਰੂ ਕਿਰਪਾ ਕਰੋ ਦੱਸੋ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਿੱਖੋ ਜਿੱਥੇ ਬਾਣੀ ਨੂੰ ਪੜ੍ਹਦੇ ਹੋ, ਸੁਣਦੇ ਹੋ, ਵਿਚਾਰਦੇ ਹੋ, ਉੱਥੇ ਕਿਤੇ ਮੰਨਣ ਵੀ ਲੱਗ ਪਵੋ ਤੇ ਭਲਾ ਹੋ ਸਕਦਾ ਹੈ। ਮਹਾਰਾਜ ਕਹਿੰਦੇ ਬਸ ਮੰਨਣ ਵਾਲਿਆਂ ਦੀ ਕਮੀ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਮੰਨੇਗਾ ਉਹਦੇ ਬੇੜੇ ਪਾਰ ਹੋਣਗੇ। ਸੰਗਤ ਕਰਨ ਵਾਲਿਆਂ ਦੀ ਕਮੀ ਨਹੀਂ, ਕੀਰਤਨ ਸੁਣਨ ਵਾਲਿਆਂ ਦੀ ਕਮੀ ਨਹੀਂ, ਵਿਚਾਰ ਕਰਨ ਵਾਲਿਆਂ ਦੀ ਕਮੀ ਨਹੀਂ। ਮਹਾਰਾਜ ਕਹਿੰਦੇ ਮੰਨਣ ਵਾਲਿਆਂ ਦੀ ਕਮੀ ਹੈ। ਜੇ ਸਿੱਖ ਮੰਨ ਲਵੇ ਤੇ ਮਹਾਰਾਜ ਜੀ ਕਹਿੰਦੇ ਫਿਰ ਉਹਦਾ ਬੇੜਾ ਪਾਰ ਹੋ ਜਾਏ। ਸਤਿਗੁਰੂ ਜੀ ਕਹਿੰਦੇ ਬਾਣੀ ਸੁਣਨੀ ਵੀ ਹੈ, ਵਿਚਾਰਨੀ ਵੀ ਹੈ,
ਪੜ੍ਹਨੀ ਵੀ ਹੈ ਪਰ ਇਹਨਾਂ ਤਿੰਨਾਂ ਦੇ ਨਾਲ ਨਾਲ ਅਮਲ ਵੀ ਕਰਨਾ ਹੈ। ਸੁਣਿਆ ਮੰਨਿਆ ਅਮਲ ਕੀਤਾ ਮਨ ਕੇ ਉਹਦਾ ਬੇੜਾ ਪਾਰ ਹੋ ਗਿਆ। ਸੁਣਿਆ ਮੰਨਿਆ ਅਮਲ ਕੀਤਾ ਮਨ ਕੇ ਉਹਦਾ ਬੇੜਾ ਪਾਰ ਹੋ ਗਿਆ। ਸੁਣਿਆ ਮੰਨਿਆ ਅਮਲ ਕੀਤਾ ਉਹਦਾ ਬੇੜਾ ਪਾਰ ਹੋ ਗਿਆ। ਸੁਣਿਆ ਮੰਨਿਆ ਅਮਲ ਕੀਤਾ ਮਨ ਕੇ ਉਹਦਾ ਬੇੜਾ ਪਾਰ ਹੋ ਗਿਆ। ਸੰਗ ਤੇ ਉਹਦਾ ਬੇੜਾ ਪਾਰ ਹੋ ਗਿਆ। ਸੰਗ ਤੇ ਉਹਦਾ ਬੇੜਾ ਪਾਰ ਹੋ ਗਿਆ। ਉਹਦਾ ਬੇੜਾ ਪਾਰ ਹੋ ਗਿਆ। ਉਹਦਾ ਬੇੜਾ ਪਾਰ ਹੋ ਗਿਆ। ਸੰਗ ਤੇ ਉਹਦਾ ਬੇੜਾ ਪਾਰ ਹੋ ਗਿਆ। ਸੰਗ ਤੇ ਉਹਦਾ ਬੇੜਾ ਪਾਰ ਹੋ ਗਿਆ। ਸੁਣਿਆ ਮੰਨਿਆ ਅਮਲ ਕੀਤਾ ਮਨ ਕੇ ਅਮਲ ਕੀਤਾ ਜੀ ਅਮਲ ਕੀਤਾ ਮਨ ਕੇ ਉਹਦਾ ਬੇੜਾ ਪਾਰ ਹੋ ਗਿਆ। ਸੁਣਿਆ ਮੰਨਿਆ ਅਮਲ ਕੀਤਾ ਮਨ ਕੇ ਉਹਦਾ ਬੇੜਾ ਪਾਰ ਹੋ ਗਿਆ। ਉਹਦਾ ਬੇੜਾ ਪਾਰ ਹੋ ਗਿਆ। ਸੁਣਿਆ ਮੰਨਿਆ ਅਮਲ ਕੀਤਾ ਮਨ ਕੇ ਉਹਦਾ ਬੇੜਾ ਪਾਰ ਹੋ ਗਿਆ। ਸੁਣਿਆ ਮੰਨਿਆ ਅਮਲ ਕੀਤਾ ਮਨ ਕੇ ਉਹਦਾ ਬੇੜਾ ਪਾਰ ਹੋ ਗਿਆ। ਸੁਣਿਆ ਮੰਨਿਆ ਅਮਲ ਕੀਤਾ ਮਨ ਕੇ ਉਹਦਾ ਬੇੜਾ ਪਾਰ ਹੋ ਗਿਆ। ਮਹਾਰਾਜ ਜੀ ਕਹਿੰਦੇ ਜਿਹੜਾ ਸੁਣੇਗਾ ਮੰਨੇਗਾ ਤੇ ਅਮਲ ਕਰੇਗਾ ਬੇੜਾ ਉਹਦਾ ਪਾਰ ਹੋਣਾ ਹੈ। ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ, ਕਈ ਕਹਿੰਦੇ ਅਸੀਂ ਬੜੇ ਧਾਰਮਿਕ ਗ੍ਰੰਥ ਪੜ੍ਹੇ ਆ, ਬੜੇ ਬਚਨ ਪੜ੍ਹੇ ਆ ਬਾਣੀ ਦੇ। 20 ਸਾਲ ਹੋ ਗਏ ਜੀ ਮੈਨੂੰ ਸੰਗਤ ਕਰਦੇ ਆ, 40 ਸਾਲ ਹੋ ਗਏ ਮੈਨੂੰ ਗੁਰੂ ਦੇ ਕੋਲ ਬਹਿੰਦੇ ਆ, ਵਿਚਾਰ ਕਰਦੇ ਆ। ਪਰ ਮਹਾਰਾਜ ਜੀ ਕਹਿੰਦੇ ਨੇ ਜੇ ਕੋਲ ਰਹਿਣ ਤੇ ਸੰਗਤ ਕਰਕੇ ਵੀ ਇਹ ਮਨ ਨਾ ਬਦਲਿਆ ਤੇ ਮਹਾਰਾਜ ਜੀ ਕਹਿੰਦੇ ਫਿਰ ਸੰਗਤ ਕਰਨ ਦਾ ਕੋਈ ਫਾਇਦਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਜੇ ਸੰਗਤ ਕਰਕੇ ਮਨ ਬਦਲਿਆ ਹੀ ਨਾ ਫਿਰ ਸੰਗਤ ਕਰਨ ਦਾ ਕੀ ਫਾਇਦਾ ਬਈ। ਬਾਣੀ ਪੜ੍ਹਦੇ ਆ, ਬਾਣੀ ਗਾਉਂਦੇ ਆ, ਕੀਰਤਨ ਸੁਣਦੇ ਆ, ਕਰਦੇ ਆ, ਪਰ ਮਹਾਰਾਜ ਜੀ ਕਹਿੰਦੇ ਕੀਰਤਨ ਕਰਦਿਆਂ ਨੂੰ 40 ਸਾਲ ਹੋ ਗਏ। ਧਾਰਮਿਕ ਗ੍ਰੰਥ ਪੜ੍ਹਦਿਆਂ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿਚਾਰਦਿਆਂ ਨੂੰ 50 ਸਾਲ ਹੋ ਗਏ, ਪਰ ਮਹਾਰਾਜ ਜੀ ਕਹਿੰਦੇ ਜੀਵਨ ਪ੍ਰਾਪਤੀ ਤੇ ਕੀਤੀ ਕੋਈ ਨਾ। ਇੱਕ ਬਾਣੀ ਦਾ ਪੰਕਤ ਆਉਂਦਾ ਹੈ, ਪੰਕਤੀ ਆਉਂਦੀ, ਮਾਫ ਕਰਿਓ। ਸਤਿਗੁਰੂ ਜੀ ਬਾਣੀ ਚ ਕਹਿੰਦੇ ਤੈ ਮਨ ਕਿਆ ਪੁਰਾਨ ਸੁਨ ਕੀਨਾ। ਪੁਰਾਣ ਧਾਰਮਿਕ ਗ੍ਰੰਥ ਕਹਿ ਦਿੰਦੇ ਆ। ਆਪਣੀ ਆਪਾਂ ਸਿੱਖਾਂ ਦੀ ਗੱਲ ਕਰੀਏ ਨਾ ਤੇ ਬਾਣੀ ਚ ਮਹਾਰਾਜ ਜੀ ਕਹਿੰਦੇ ਐ ਮਨਾ ਧਾਰਮਿਕ ਗ੍ਰੰਥਾਂ ਨੂੰ ਸੁਣ ਕੇ, ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਤੂੰ ਕੀਤਾ ਕੀ ਹੈ। ਵਿਚਾਰ ਕਰਨੀ ਹੈ ਆਪਣੇ ਮਨ ਦੇ ਨਾਲ। ਬਾਣੀ ਪੜ੍ਹਦੇ ਆ, ਜਪਜੀ ਸਾਹਿਬ ਪੜ੍ਹਦੇ ਆ, ਸੁਖਮਨੀ ਸਾਹਿਬ ਪੜ੍ਹਦੇ ਆ, ਰਹਿਰਾ ਸਾਹਿਬ ਪੜ੍ਹਦੇ ਆ, ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1430 ਅੰਗ, ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ। ਆਪਾਂ ਗੁਰੂ ਸਾਹਿਬ ਦਾ 550 ਸਾਲਾਂ ਮਨਾ ਰਹੇ ਆ, ਪਰ ਮਹਾਰਾਜ ਜੀ ਕਹਿੰਦੇ ਉਪਦੇਸ਼ ਨੂੰ ਮੰਨਣਾ ਹੈ। ਗੁਰੂ ਸਾਹਿਬ ਕਹਿ ਕੀ ਰਹੇ ਆ, ਗੁਰੂ ਨਾਨਕ ਸਾਹਿਬ ਜੀ ਹੁਕਮ ਕੀ ਕਰਕੇ ਗਏ ਆ।
सुनियो महाराज जी कहते तै मन क्या पुराण सुन कीना। ऐ मेरे मना धार्मिक ग्रंथां नूं सुन के विचार के पढ़ के कीता की है। महाराज जी तो कहते सी जदों तू बाणी सुने, बाणी सुन के तेरे मंदिर तेरे अंदर भगती की भावना पैदा होए। बाणी तो सच कहती है। धन गुरु ग्रंथ साहब महाराज जी की बाणी वेखो, जिथे प्रेम च समझाउंदी है ना, उथे गुरु तेग बहादुर साहब महाराज जी ने साडे वास्ते करड़े शब्द भी वरते है। धन गुरु तेग बहादुर साहब महाराज जी की पावन बाणी पढ़ियो। सतगुरु जी कहते ने सुआन पूछ जियो भयो ना सुधो, कहियो ना कान तरै। महाराज कहते जिवें कुत्ते की पूछ जिहड़ी है ना सीधी नहीं हुंदी, ते किसी दा किया ते इहदे कंन ते जूं नहीं सरकदी। महाराज कहते संगत ते कीती। महाराज कहते रे तै मन क्या पुराण सुन कीना, अन्न पावनी भगत ना उपजी, भूखै दान ना दीना। ऐ बंदिया बाणी सुन के संगत करके भगती की भावना तेरे अंदर परबल नहीं होई, भगती की भावना जागी नहीं, नाम जपण नूं मन जिहड़ा है ये तुरिया ही ना, ते की फायदा होया संगत करन दा। ते फिर दूजे पासे जिवें गुरु का शब्द है ना, हुक्म है गुरु दा भी गुरु की गोलक गरीब दा मुंह। महाराज कहंदे ठीक है, गुरु दी गोलक जिहड़ी है गरीबां दा मुंह है। जे इस गोलक विचों गरीबां वास्ते कुछ मदद सहायता चली जाए ते माड़ी गल नहीं। महाराज कहंदे अन्न पावनी भगत नहीं उपजी, भूखै दान ना दीना। कहंदे ते लोड़वंद दी जे तू मदद ही ना कर सकिया, गुरु दे कोलों किसे लोड़वंद दी मदद करन दा उपदेश ही ना तू धारण कीता, फिर संगत करन दा फायदा की होया, फिर बाणी पढ़न दा की फायदा होया। फिर सुनियो महाराज जी की कहंदे ने, काम ना बिसरियो संगत करके, क्रोध ना बिसरियो, लोभ ना छूटियो देवा। महाराज कहते वेख संगत करदे नूं ते 40 साल हो गए, पर सतगुरु जी कहते काम ने ते तेरा खेड़ा छड्डिया ही नहीं। 60 साल की उम्र हो गई पर मन अजे भी काम वासना नाल भरिया पिया। संगत करदा है। महाराज जी कहते क्रोध काम क्रोध काया को गाला है। दो चीज़ां ने जिहड़ियां शरीर नूं गाल दिंदियां, काम ते क्रोध। ते महाराज कहंदे यही दो चीज़ां तू अपने अंदर कंट्रोल नहीं कर सकिया, इन्हां ते काबू नहीं पा सकिया। काम ना बिसरियो, क्रोध ना बिसरियो, लोभ ना छूटियो देवा। महाराज कहंदे ना काम गया ना क्रोध गया ते ना तू लोभ छड्ड सकिया। संगत दा फायदा होया कोई। जिवें तेली अगे बौलद जोड़दा सी ना, कोलू दे नाल बौलद जोड़ लैणे ते बौलदां दीयां अखां ते खोपे बन दिंदे हुंदे सी। तुसीं जाणदे हो सारे जिमीदार हो। ते कहंदे जदों खोपे बनने ना ते सारी दिहाड़ी बौलद नूं तोरी रखना ते ओह बौलद सोचदा होएगा भी अज सारा दिन मैं तुरिया, वाट बड़ी मैं अज तय कर लई होनी है, बड़ी वाट तय कीती होनी है। पर महाराज कहते जदों ओदियां अखां तो खोपे लैंदे सी ना शाम नूं, ते बौलद बेचारा वेख के हैरान रहिंदा, ओ मना जिंदगी इन्ना तू तुरिया, सारी दिहाड़ी तू रुकिया नहीं, खड़ा हुण फे उत्थे दा उत्थे ही है। महाराज कहते माफ करियो हाल साडा भी ओ है। 60 साल गुरुद्वारे आउंदे नूं हो गए, गुरु दा उपदेश धारण नहीं कीता, अमृत छक नहीं सकिया, अमृत वेला साभ नहीं सकिया, क्रोध ते काबू पा नहीं सकिया, काम तेरे कोलों वस नहीं होया। ते कहंदे है तेली दे बौलद वाला हिसाब भी 40 साल मैनू गुरुद्वारे जांदे नूं हो गए, पर महाराज जी कहंदे असल जिहड़ा सफल तय करना सी ओहदे वाले पासे नूं ते तुरिया ही नहीं। सुनियो भैणो, महाराज जी कहंदे काम ना बिसरियो, क्रोध ना बिसरियो, लोभ ना छूटियो देवा। फिर एक पंक्ति च महाराज जी कहंदे पर निंदा मुख ते नहीं छुटी, निफल भई सब सेवा। हुण वेखो सब तो वड्डा रोग लगा निंदिया दा।
ਮਹਾਰਾਜ ਕਹਿੰਦੇ ਸੰਗਤ ਵਿੱਚ ਵੀ ਆ ਗਿਆ, ਇਹਨੂੰ ਸਮਾਂ ਮਿਲਣ ਦੀ ਬਸ ਸਮਾਂ ਮਿਲ ਜਾਏ ਕਿਤੇ। ਫਲਾਣੇ ਦੀ ਧੀ ਨਹੀਂ ਚੰਗੀ, ਫਲਾਣੇ ਦਾ ਪੁੱਤ ਨਹੀਂ ਚੰਗਾ, ਫਲਾਣਾ ਇਦਾਂ ਤੇ ਫਲਾਣਾ ਉਦਾਂ। ਸਤਿਗੁਰੂ ਜੀ ਕਹਿੰਦੇ ਪਰਾਈ ਨਿੰਦਿਆਂ ਵੱਲ ਮਨ ਨੂੰ ਜੋੜ ਲਿਆ, ਗੁਰੂ ਕੇ ਸ਼ਬਦ ਨਾਲ ਤੇ ਮਨ ਜੋੜਿਆ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਇੱਕ ਗੱਲ ਚੇਤੇ ਰੱਖ ਲੈ, ਭਾਵੇਂ ਗੁਰਦੁਆਰੇ ਜਾ ਕੇ ਝਾੜੂ ਲਾਈ ਜਾ, ਭਾਵੇਂ ਜੋੜੇ ਸਾਫ਼ ਕਰੀ ਜਾ, ਭਾਵੇਂ ਲੰਗਰਾਂ 'ਚ ਸੇਵਾ ਕਰੀ ਜਾ, ਪਰ ਜੇ ਪਰਾਈ ਨਿੰਦਿਆ ਨਾ ਛੱਡੀ, ਨਿਫਲ ਭਈ ਸਭ। ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ। ਤੇ ਮਹਾਰਾਜ ਜੀ ਕਹਿੰਦੇ ਕਿਤੇ ਸੰਗਤ ਦੇ ਵਿੱਚ ਜਾ ਕੇ ਪ੍ਰੇਮ ਨਾਲ ਬੈਠੀਏ, ਸੁਣੀਏ ਤੇ ਸੁਣ ਕੇ ਇਸ ਮਨ ਨੂੰ ਪ੍ਰੇਰੀਓ, ਮਨਾ ਇੱਕ ਹੀ ਗੱਲ ਮੰਨ ਲੈ, ਇੱਕ ਹੀ ਗੱਲ ਮੰਨ ਲੈ। ਜੇ ਕਿਤੇ ਗੁਰੂ ਦੀ ਗੱਲ ਮੰਨ ਲਈਏ ਤੇ ਸਾਡਾ ਭਲਾ ਹੋ ਸਕਦਾ ਹੈ। ਹੁਣ ਵੇਖੋ ਮਹਾਰਾਜ ਜੀ ਕਹਿੰਦੇ ਨੇ, ਐ ਮੇਰੇ ਉਹ ਕੰਨੋ ਗੁਰੂ ਕੀ ਬਾਣੀ ਨੂੰ ਸਰਵਣ ਕਰੋ, ਰੱਬ ਦਾ ਨਾਮ ਸੁਣੋ। ਪਰ ਇੱਕ ਗੱਲ ਚੇਤੇ ਰੱਖਿਓ, ਮਹਾਂਪੁਰਖ ਕਹਿੰਦੇ ਹੁੰਦੇ ਵੀ ਜਿੰਨਾ ਰਸ ਇਹਨੂੰ ਨਿੰਦਿਆ ਚੋਂ ਆਉਂਦਾ ਹੈ ਨਾ, ਜਿੰਨਾ ਰਸ ਇਹਨੂੰ ਚੁਗਲੀ ਚੋਂ ਆਉਂਦਾ ਹੈ, ਉਹਨਾਂ ਗੁਰਮੰਤਰ ਚੋਂ ਨਹੀਂ ਆਉਂਦਾ। ਕੀਰਤਨ ਵਿੱਚ ਬੈਠਾ ਘੜੀ ਵੇਖਦਾ ਰਹਿੰਦਾ ਵੀ ਕਦੋਂ ਸਮਾਪਤੀ ਹੋ ਜਾਏ। ਪਰ ਮਹਾਰਾਜ ਕਹਿੰਦੇ 3-3 ਘੰਟੇ ਟੈਲੀਵਿਜ਼ਨ ਮੋਰੇ ਬਹਿ ਕੇ ਘੜੀ ਵੱਲ ਨੂੰ ਇਹਦਾ ਧਿਆਨ ਵੀ ਜਾਂਦਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਸ਼ਰਵਣ ਗੋਬਿੰਦ ਗੁਣ ਸੁਨੋ ਅਰ ਗਾਵੋ ਰਸਨਾ। ਐ ਮੇਰਿਓ ਕੰਨੋ ਗੁਰੂ ਦੇ ਗੁਣ ਸੁਣ ਲਓ, ਗੁਰੂ ਦੇ ਗੀਤ ਸੁਣ ਲਓ, ਐ ਮੇਰੀ ਰਸਨਾ। ਪਰਮੇਸ਼ਰ ਦੇ ਗੁਣ ਗਾ ਲਾ ਇਸ ਨਾਲ। ਜੇ ਰਸਨਾ ਨੇ ਗੁਣ ਨਾ ਗਾਏ ਤੇ ਸਤਿਗੁਰੂ ਜੀ ਕਹਿੰਦੇ ਨੇ ਵੀ ਇਹ ਰਸਨਾ ਜਿਹੜੀ ਹੈ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ, ਹਰ ਹਾਂ ਜਾ ਵਿਸਰੈ ਗੋਬਿੰਦ ਰਾਓ ਦਿਨੋ ਦਿਨ। ਮਾਰੇ ਕਹਿੰਦੇ ਜਿਹੜੀ ਰਸਨਾ ਪਰਮੇਸ਼ਰ ਦਾ ਗੁਣ ਨਹੀਂ ਨਾ ਗਾਉਂਦੀ, ਉਹਨੂੰ ਤਿਲ ਤਿਲ ਕਰਕੇ ਕੱਟ ਦਿੱਤਾ ਜਾਏਗਾ। ਤੇ ਸਤਿਗੁਰੂ ਜੀ ਨੇ ਤੇ ਕੱਲੇ ਕੱਲੇ ਅੰਗ ਦੀ ਮਹਾਨਤਾ ਦੱਸੀ ਹੈ ਵੀ ਰਸਨਾ ਗੁਣ ਗਾਉਣ ਲਈ ਹੈ, ਕੰਨ ਸੁਣਨ ਵਾਸਤੇ, ਗੁਣ ਸੁਣਨ ਵਾਸਤੇ ਹੈ। ਪਰ ਮਾਰੇ ਕਹਿੰਦੇ ਇਹਨੇ ਤੇ ਸੰਸਾਰ ਦੀਆਂ ਗੱਲਾਂ ਹੀ ਸੁਣੀਆਂ, ਰੱਬ ਦੀ ਗੀਤ, ਰੱਬ ਦੇ ਗੁਣ ਤੇ ਸੁਣੇ ਹੀ ਨਹੀਂ ਨਾ ਕੰਨਾਂ ਨੇ। ਇਸ ਰਸਨਾ ਨੇ ਨਿੰਦਿਆ ਚੁਗਲੀ ਤੇ ਰੱਜ ਕੇ ਕੀਤੀ, ਪਰ ਮਹਾਰਾਜ ਕਹਿੰਦੇ ਗੁਣ ਨਹੀਂ ਗਾਏ ਪਰ ਰਸਨਾ। ਸਤਿਗੁਰੂ ਜੀ ਕਹਿੰਦੇ ਇਸ ਰਸਨਾ ਦੇ ਨਾਲ ਕਿਤੇ ਗੁਣ ਗਾ ਲੈ। ਵਾਹਿਗੁਰੂ ਵਾਹਿਗੁਰੂ ਕਹੀਏ, 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 ਵਾਹਿਗੁਰੂ ਵਾਹਿਗੁਰੂ ਕਹੀਏ। ਗੱਜ ਕੇ ਵਾਹਿਗੁਰੂ ਵਾਹਿਗੁਰੂ ਕਹੀਏ, ਵਾਹਿਗੁਰੂ ਵਾਹਿਗੁਰੂ ਮੇਰੇ ਸਤਿਗੁਰੂ ਜੀ ਨੇ ਰਸਨਾ, ਸਤਿਗੁਰੂ ਜੀ ਨੇ ਰਸਨਾ ਦਿੱਤੀ। ਸਤਿਗੁਰੂ ਜੀ ਨੇ ਰਸਨਾ, ਸਤਿਗੁਰੂ ਜੀ ਨੇ ਰਸਨਾ, ਹਾਂ ਸਤਿਗੁਰੂ ਜੀ ਨੇ, ਬੋਲੋ ਭੈਣੋ, ਸਤਿਗੁਰੂ ਜੀ ਨੇ ਰਸਨਾ। ਹਰ ਵੇਲੇ ਜਪਦੇ ਰਹੀਏ ਸੰਗ ਤੇ ਵਾਹਿਗੁਰੂ ਵਾਹਿਗੁਰੂ ਕਹੀਏ, ਹਰ ਵੇਲੇ ਜਪਦੇ ਰਹੀਏ ਵਾਹਿਗੁਰੂ ਵਾਹਿਗੁਰੂ ਕਹੀਏ, ਹਰ ਵੇਲੇ ਜਪਦੇ ਰਹੀਏ ਵਾਹਿਗੁਰੂ ਵਾਹਿਗੁਰੂ ਕਹੀਏ, ਵਾਹਿਗੁਰੂ ਵਾਹਿਗੁਰੂ। ਗੱਜ ਕੇ ਭੈਣੋ ਹਰ ਵੇਲੇ ਜਪਦੇ ਰਹੀਏ ਵਾਹਿਗੁਰੂ ਵਾਹਿਗੁਰੂ, ਹਰ ਵੇਲੇ ਜਪਦੇ ਰਹੀਏ ਵਾਹਿਗੁਰੂ ਵਾਹਿਗੁਰੂ। ਮੇਰੇ ਸਤਿਗੁਰੂ ਜੀ ਨੇ ਅੱਖੀਆਂ, ਸਤਿਗੁਰੂ ਜੀ ਨੇ ਅੱਖੀਆਂ ਦਿੱਤੀਆਂ, ਸਤਿਗੁਰੂ ਜੀ ਨੇ ਅੱਖੀਆਂ, ਸਤਿਗੁਰੂ ਜੀ ਨੇ ਅੱਖੀਆਂ
ਦਰਸ਼ਨ ਕਰਦੇ ਰਹੀਏ ਗੁਰਾਂ ਦੇ ਦਰਸ਼ਨ ਕਰਦੇ ਰਹੀਏ ਦਰਸ਼ਨ ਕਰਦੇ ਰਹੀਏ ਦਰਸ਼ਨ ਕਰਦੇ ਰਹੀਏ ਦਰਸ਼ਨ ਕਰਦੇ ਰਹੀਏ ਗੁਰਾਂ ਦੇ ਦਰਸ਼ਨ ਕਰਦੇ ਰਹੀਏ ਦਰਸ਼ਨ ਕਰਦੇ ਰਹੀਏ ਦਰਸ਼ਨ ਕਰਦੇ ਰਹੀਏ ਮੇਰੇ ਸਤਿਗੁਰੂ ਜੀ ਨੇ ਦੇਗੀ ਸਤਿਗੁਰੂ ਜੀ ਨੇ ਦੇਗੀ ਦਿੱਤੀ ਸਤਿਗੁਰੂ ਜੀ ਨੇ ਦੇਗੀ ਸਤਿਗੁਰੂ ਜੀ ਨੇ ਦੇਗੀ ਸਤਿਗੁਰੂ ਜੀ ਨੇ ਦੇਈ ਸਤਿਗੁਰੂ ਜੀ ਨੇ ਦੇਈ ਚੱਲ ਕੇ ਸੰਗਤ ਵਿੱਚ ਬਹੀਏ ਸੰਗਤ ਦੀ ਸੇਵਾ ਕਰਦੇ ਰਹੀਏ ਚੱਲ ਕੇ ਸੰਗਤ ਵਿੱਚ ਬਹੀਏ ਸੇਵਾ ਕਰਦੇ ਰਹੀਏ ਚੱਲ ਕੇ ਸਤ ਸੰਗ ਰਹੀਏ ਸੇਵਾ ਕਰਦੇ ਰਹੀਏ ਚੱਲ ਕੇ ਸਤ ਸੰਗ ਰਹੀਏ ਸੇਵਾ ਕਰਦੇ ਰਹੀਏ ਹਾਂਜੀ ਚੱਲ ਕੇ ਸਤ ਸੰਗ ਬਹੀਏ ਸੇਵਾ ਕਰਦੇ ਰਹੀਏ ਚੱਲ ਕੇ ਸਤ ਸੰਗ ਰਹੀਏ ਸੇਵਾ ਕਰਦੇ ਰਹੀਏ ਮਹਾਰਾਜ ਜੀ ਕਹਿੰਦੇ ਇਸ ਸਰੀਰ ਦਾ ਮੇਨ ਮਕਸਦ ਸਮਝ ਕਾਦੇ ਵਾਸਤੇ ਹੈ ਰਸਨਾ ਦਿੱਤੀ ਹੈ ਨਾਮ ਜਪਣ ਵਾਸਤੇ ਕੰਨ ਦਿੱਤੇ ਆ ਬਾਣੀ ਸੁਣਨ ਵਾਸਤੇ ਤੇ ਮਹਾਰਾਜ ਜੀ ਕਹਿੰਦੇ ਇਹ ਦੇਹੀ ਸੇਵਾ ਸਿਮਰਨ ਵਾਸਤੇ ਦਿੱਤੀ ਹੈ ਪਰ ਸਤਿਗੁਰੂ ਜੀ ਕਹਿੰਦੇ ਇਹਨੇ ਕੀਤਾ ਕੀ ਰਸਨਾ ਨਾਲ ਨਿੰਦਿਆ ਚੁਗਲੀ ਕਰ ਲਈ ਕੰਨਾਂ ਦੇ ਨਾਲ ਲੱਚਰ ਗਾਣੇ ਸੁਣ ਲੈ ਨਿੰਦਿਆ ਚੁਗਲੀ ਸੁਣ ਲਈ ਬਾਣੀ ਨੂੰ ਤੇ ਸੁਣਿਆ ਹੀ ਨਹੀਂ ਅੱਖਾਂ ਦੇ ਨਾਲ ਦੀਦਾਰ ਕਰਨੇ ਸੀ ਉਸ ਸੋਹਣੇ ਪ੍ਰਭੂ ਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ ਹਰ ਬਿਨ ਅਵਰ ਨਾ ਕਹਿੰਦੇ ਹਰੀ ਤੋਂ ਬਿਨਾ ਨਾ ਕੁਝ ਵੀ ਵੇਖ ਪਰ ਕਹਿੰਦੇ ਬੁੱਢੇ ਹੋ ਗਏ ਨੇਤਰ ਸੰਸਾਰ ਵੇਖ ਵੇਖ ਕੇ ਗੁਰੂ ਤੇ ਵੇਖਿਆ ਹੀ ਨਹੀਂ ਵੇਖੋ ਇੱਕ ਬਾਣੀ ਦੀ ਆਪਾਂ ਪੰਕਤੀ ਪੜ੍ਹਦੇ ਆਂ ਗੁਰ ਨਾਨਕ ਜਿਨ ਸੁਣਿਆ ਪੇਖਿਆ ਤੇ ਫਿਰ ਗਰਵਾਸ ਨਾ ਭਰਿਆ ਰੇ ਗੁਰੂ ਨਾਨਕ ਜੀ ਦੇ ਜਿਨ ਦੀਦਾਰ ਕਰ ਲਏ ਜਿਹਨੇ ਗੁਰੂ ਨਾਨਕ ਸਾਹਿਬ ਸੱਚੇ ਸਤਿਗੁਰੂ ਜੀ ਨੂੰ ਸੁਣ ਲਿਆ ਮਹਾਰਾਜ ਕਹਿੰਦੇ ਉਹ ਗਰਭ ਜੋਨ ਵਿੱਚ ਨਹੀਂ ਆਇਆ ਹੁਣ ਕਈ ਸ਼ੰਕਾ ਕਰਨ ਵੀ ਗੁਰੂ ਨਾਨਕ ਸਾਹਿਬ ਤੇ ਸਰੀਰ ਕਰਕੇ ਹੈ ਹੀ ਨਹੀਂ ਹੁਣ ਦਰਸ਼ਨ ਕਿਦਾਂ ਕਰੀਏ ਠੀਕ ਹੈ ਸਤਿਗੁਰੂ ਜੀ ਸਰੀਰ ਕਰਕੇ ਭਾਵੇਂ ਚਲੇ ਗਏ ਹੈ ਪਰ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੱਜ ਵੀ ਟਿਕੀ ਹੋਈ ਹੈ ਸੰਪੂਰਨ ਦਰਸ਼ਨ ਕੀ ਹੈ ਹਰ ਇੱਕ ਸਿੱਖ ਸੰਪੂਰਨ ਸਹਿਜ ਪਾਠ ਕਰੇ ਇਹ ਗੁਰੂ ਦੇ ਦਰਸ਼ਨ ਹੈ ਤੇ ਗੁਰੂ ਨਾਨਕ ਸੁਣਨਾ ਕੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸੰਪੂਰਨ ਸਿੱਖਾ ਸੁਣ ਲੈ ਜੇ ਬਾਣੀ ਸੁਣ ਲਏਗਾ ਗੁਰੂ ਨਾਨਕ ਦੇ ਬਚਨ ਸੁਣ ਲਏਗਾ ਤੇ ਜੇ ਦਰਸ਼ਨ ਕਰ ਲੈ ਇਹਨਾਂ ਅੱਖਾਂ ਦੇ ਨਾਲ ਸੰਪੂਰਨ 1430 ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿਚਾਰ ਕੇ ਤੇ ਮਹਾਰਾਜ ਕਹਿੰਦੇ ਇਹ ਗੁਰੂ ਨਾਨਕ ਦੇ ਦਰਸ਼ਨ ਹੈ ਜੇ ਭਾਵਨਾ ਦੇ ਨਾਲ ਸ੍ਰੀ ਸਹਿਜ ਪਾਠ ਕਰਕੇ ਸ੍ਰੀ ਸਹਿਜ ਪਾਠ ਬੋਲ ਕੇ ਆਪਣੇ ਆਪ ਹੀ ਸੁਣਨਾ ਤੇ ਕਹਿੰਦੇ ਜਦੋਂ ਸੁਣ ਲਏਗਾ ਤੇਰਾ ਜਨਮ ਤੇ ਮਰਨ ਸੁਹੇਲਾ ਹੋ ਜਾਏਗਾ ਸਤਿਗੁਰੂ ਜੀ ਕਹਿੰਦੇ ਵੇਖੋ ਮਹਾਤਮਾ ਮਹਾਂਪੁਰਖਾਂ ਦੀ ਜਦੋਂ ਸੰਗਤ ਕਰਦੇ ਆ ਨਾ ਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਸਾਧੂ ਦੇ ਕੋਲ ਮਹਾਂਪੁਰਖਾਂ ਨੇ ਕਹਿਣਾ ਵੇਖੋ ਇਸ ਸਰੀਰ ਨੂੰ ਆਰਾਮ ਦੇਣ ਲਈ ਆਪਾਂ ਕਿੰਨੇ ਯਤਨ ਕਰਦੇ ਹਾਂ ਜਿੰਦ ਨੂੰ ਸੌਖਿਆਂ ਕਰਨ ਵਾਸਤੇ ਕਿੰਨਾ ਕੁਝ ਕਰਦੇ ਆ ਸਰੀਰ ਨੂੰ ਸੌਖਿਆਂ ਕਰਨ ਲਈ ਘਰਾਂ ਦੇ ਵਿੱਚ ਏਸੀ ਲਾ ਲਿਆ ਗਰਮੀਆਂ ਦੇ ਵਿੱਚ ਇਸ ਸਰੀਰ ਨੂੰ ਗਰਮੀ ਨਹੀਂ ਲੱਗਣ ਦਿੰਦੇ ਆਪਾਂ ਗੱਡੀਆਂ ਆ ਗਈਆਂ ਏਸੀ ਕਾਦੇ ਵਾਸਤੇ ਵੀ ਸਰੀਰ ਨੂੰ ਗਰਮੀ ਨਾ ਲੱਗ ਜਾਏ ਕਿਤੇ ਹੁਣ ਸਿਆਲ ਚੜ ਗਏ ਨਾ ਮਾਫ ਕਰਿਓ ਘਰਾਂ 'ਚ ਹੀਟਰ ਲੱਗ ਜਾਣੇ ਗੱਡੀਆਂ 'ਚ ਹੀਟਰ ਚੱਲਦੇ ਆ ਮਹਾਰਾਜ ਕਹਿੰਦੇ ਇਸ ਸਰੀਰ ਨੂੰ ਤੇ ਸੁਖੀ ਕਰ ਲਿਆ ਪਰ ਸਰੀਰ ਅੰਦਰ ਇੱਕ ਨਿਮਾਣੀ ਜਿੰਦ ਹੈ ਉਹ ਤੇ ਭੁੱਜ ਰਹੀ ਹੈ ਭੱਠ 'ਚ ਪਏ ਦਾਣੇ ਵਾਂਗੂ
ਉਹਨੂੰ ਸੌਖਿਆ ਕਦੋਂ ਕਰੇਗਾ? ਇੱਕ ਜਿੰਦ ਹੈ, ਰੂਹ ਹੈ। ਮਾਰੇ ਕਹਿੰਦੇ ਸਰੀਰ ਵਾਸਤੇ ਤੇ 36 ਪਦਾਰਥ ਦੇ ਭੋਜਨ ਖਾਣਾ ਹੈ, ਪਰ ਇਸ ਜਿੰਦ ਲਈ ਵੀ ਤੇ ਭੋਜਨ ਰੱਬ ਨੇ ਬਣਾਇਆ, ਗੁਰੂ ਨੇ ਬਣਾਇਆ। ਅਖੰਡ ਕੀਰਤਨ ਤਿੰਨ ਭੋਜਨ ਚੂਰਾ। ਭੁੱਖ, ਸਰੀਰਕ ਭੁੱਖ ਨੂੰ ਤੇ ਦਿਨ ਚ 3-3 ਵਾਰ ਮਿਟਾਉਣਾ ਹੈ, 3-3 ਵਾਰ ਖਾਣਾ ਹੈ। ਪਰ ਮਹਾਰਾਜ ਕਹਿੰਦੇ ਕੀਰਤਨ ਕਦੋਂ ਸੁਣਦਾ ਹੈ? ਜੇ ਸੰਗਤ ਵਿੱਚ ਆ ਵੀ ਜਾਂਦੇ ਆ, ਮਾਫ ਕਰਿਓ, ਸਾਡੀਆਂ ਆਪਣੀਆਂ ਨਹੀਂ ਗੱਲਾਂ ਮੁੱਕਦੀਆਂ। ਸਤਿਗੁਰੂ ਜੀ ਕਹਿੰਦੇ ਇਸ ਸੰਗਤ ਵਿੱਚ ਆ ਕੇ ਬਹਿ ਜਾ, ਇੱਥੇ ਹੀ ਮਨ ਨੂੰ ਟਿਕਾ ਲੈ। ਕੋਸ਼ਿਸ਼ ਤਾਂ ਕੀਤੀ ਜਾ ਸਕਦੀ ਹੈ, ਟਿਕਣਾ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੈ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਵਾਸੀ ਉਦੋਂ ਆਉਣਾ ਜਦੋਂ ਪੂਰਨ ਕਿਰਪਾ ਹੋਏਗੀ। ਤੇ ਮਾਫ ਕਰਿਓ, ਸੰਗਤ ਵਿੱਚ ਆ ਕੇ ਤੇ ਆਪਾਂ ਸਰੀਰ ਨੂੰ ਨਹੀਂ ਟਿਕਾ ਕੇ ਬਾ ਸਕਦੇ। ਮਹਾਰਾਜ ਕਹਿੰਦੇ ਅਜੇ ਤੇਰਾ ਸਰੀਰ ਨਹੀਂ ਟਿਕਿਆ, ਮਨ ਕਦੋਂ ਟਿਕੇਗਾ? ਸਰੀਰ ਨੂੰ ਤੇ ਟਿਕਾ। ਵੇਖੋ ਰੋਟੀ ਖਾਣੀ ਸਾਡੇ ਹੱਥ ਵਿੱਚ ਹੈ। ਮਾਫ ਕਰਿਓ, ਵੈਸੇ ਤੇ ਇਹ ਵੀ ਪਰਮੇਸ਼ਰ ਦੇ ਹੱਥ ਵਿੱਚ ਹੀ ਹੈ। ਪਤਾ ਨਹੀਂ ਉਹ ਗਰਾਈ ਮੂੰਹ 'ਚ ਪੈਣੀ ਕਿ ਨਹੀਂ ਪੈਣੀ, ਪਰ ਫਿਰ ਵੀ ਮਹਾਰਾਜ ਕਹਿੰਦੇ ਤੁਸੀਂ ਬੁਰਕੀ ਤੋੜ ਕੇ, ਗਰਾਈ ਤੋੜ ਕੇ ਮੂੰਹ 'ਚ ਪਾ ਕੇ ਚਿੱਥ ਕੇ ਅੰਦਰ ਲਗਾ ਸਕਦੇ ਹੋ। ਅੰਦਰ ਜਾ ਕੇ ਉਸ ਰੋਟੀ ਦਾ ਕਿੱਥੇ ਖੂਨ ਬਣਦਾ ਹੈ, ਕਿੱਥੇ ਚਰਬੀ ਬਣਦੀ ਹੈ, ਕਿੱਥੇ ਹੋਰ ਸਰੀਰ ਦੇ ਤੱਤ ਬਣਦੇ ਐ, ਇਹ ਨਹੀਂ ਸਾਨੂੰ ਪਤਾ। ਇਹ ਇੱਕ ਮਸ਼ੀਨਰੀ ਅੰਦਰ ਲੱਗੀ ਹੈ ਪਰਮੇਸ਼ਰ ਦੀ, ਉਹਨੇ ਆਪਣੇ ਆਪ ਬਣਾਈ ਜਾਣਾ। ਮਹਾਰਾਜ ਕਹਿੰਦੇ ਸਿੱਖਾ ਇਸ ਮਨ ਨੂੰ ਉਦਮ ਕਰਕੇ, ਪ੍ਰੇਰਨਾ ਕਰਕੇ ਸੰਗਤ 'ਚ ਲੈ ਕੇ ਆ, ਟਿਕਾ ਕੇ ਬਾ। ਜਦੋਂ ਸੰਗਤ ਵਿੱਚ ਟਿਕ ਕੇ ਬਹਿ ਗਿਆ, ਇਹ ਗੁਰੂ ਨਾਨਕ ਸੱਚੇ ਸਤਿਗੁਰੂ ਨੇ ਪਤਾ ਨਹੀਂ ਕਦੋਂ, ਕਿੰਨੀ ਤੇ ਕਿਹਦੇ ਤੇ ਕਿਰਪਾ ਕਰ ਦੇਣੀ, ਉਹਦਾ ਮਨ ਜੋੜ ਦੇਣਾ ਹੈ। ਲਿਆਉਣਾ ਤੇ ਪਏਗਾ ਨਾ, ਲਿਆਉਣਾ ਤੇ ਪਏਗਾ, ਯਤਨ ਤੇ ਕਰਨਾ ਪਏਗਾ। ਸਰੀਰ ਬਿਮਾਰ ਹੋ ਜਾਏ, ਕਿੰਨੇ ਯਤਨ ਕਰਦੇ ਆ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਹਸਪੀਟਲ ਲੈ ਜਾਈਏ। ਜਦੋਂ ਡਾਕਟਰਾਂ ਦੇ ਵੱਸ ਪਾਇਆ ਉਹਨੇ ਹੈ ਨਾ, ਫਿਰ ਉਹਨਾਂ ਕੋਲ ਬੜੇ ਯਤਨ ਹੁੰਦੇ, ਬੜੇ ਜਰੀਏ ਹੁੰਦੇ ਆ ਬਿਮਾਰੀ ਨੂੰ ਕੰਟਰੋਲ ਕਰਨ ਦੇ। ਮਹਾਰਾਜ ਕਹਿੰਦੇ ਜੇ ਕਾਮ, ਕ੍ਰੋਧ, ਨਿੰਦਿਆ, ਚੁਗਲੀ, ਈਰਖਾ, ਵਕੀਲੀ, ਦੋਏ ਦਵੈਸ਼ ਦੀ ਬਿਮਾਰੀ ਲੱਗ ਗਈ ਆ, ਗੁਰੂ ਨਾਨਕ ਵਰਗਾ ਵੈਦ ਨਹੀਂ ਮਿਲਣਾ, ਸਤਿਗੁਰੂ ਜੀ ਵਰਗਾ ਵੈਦ ਨਹੀਂ ਮਿਲਣਾ। ਇਸ ਸਰੀਰ ਨੂੰ, ਇਸ ਮਨ ਨੂੰ ਗੁਰੂ ਦੇ ਚਰਨਾਂ 'ਚ ਲਾਇਆ। ਕਹਿੰਦੇ ਜਿੱਦਣ ਮਨ ਗੁਰੂ ਦੇ ਚਰਨਾਂ 'ਚ ਲਾਇਆ ਆ ਨਾ, ਤੇ ਇਹ ਦਾਵਾ ਹੈ ਗੁਰੂ ਨੇ ਮਨ ਨੂੰ ਠੀਕ ਕਰ ਦੇਣਾ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ। ਮਹਾਰਾਜ ਕਹਿੰਦੇ ਏਦਾਂ ਦੀ ਦਵਾਈ ਦੇ ਦਿੰਦਾ ਨਾਮ ਦੀ, ਉਹ ਸਰੀਰ ਵੀ ਅਰੋਗ ਕਰ ਦਿੰਦਾ, ਮਨ ਨੂੰ ਵੀ ਅਰੋਗ ਕਰ ਦਿੰਦਾ, ਤੇ ਕਹਿੰਦੇ ਜਨਮ ਮਰਨ ਦਾ ਗੇੜ ਵੀ ਕੱਟ ਦਿੰਦਾ। ਗੁਰੂ ਨਾਨਕ ਸਾਹਿਬ ਏਡੀ ਸ਼ਕਤੀ ਦੇ ਮਾਲਕ ਹੈ। ਬਸ ਅੱਜ ਕਮੀ ਸਾਡੇ 'ਚ ਇਹੀ ਹੈ ਵੀ ਆਪਾਂ ਗੁਰੂ ਦੇ ਕੋਲ ਬਹਿ ਕੇ ਰਾਜੀ ਨਹੀਂ, ਗੁਰੂ ਦੀ ਗੱਲ ਸੁਣ ਕੇ ਮੰਨ ਕੇ ਗੁਰਬਾਣੀ ਪੜ੍ਹ ਕੇ ਰਾਜੀ ਹੈ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ। ਮਹਾਰਾਜ ਕਹਿੰਦੇ ਰਸਨਾ ਧਾਨੀ ਉਹ ਹੈ ਭਾਈ ਜਿਹੜੀ ਗੁਣ ਗਾਉਂਦੀ ਹੈ। ਵੇਖੋ ਅੱਜ ਗੁਰੂ ਨਾਨਕ ਸਾਹਿਬ ਜੀ ਦਾ ਵੀ 550 ਸਾਲ ਹੈ, ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਪਾਵਨ ਪ੍ਰਕਾਸ਼ ਦਿਹਾੜਾ ਹੈ। ਧੰਨ ਬਾਬਾ ਬੁੱਢਾ ਸਾਹਿਬ ਨੇ ਗੁਰੂ ਨਾਨਕ ਸੱਚੇ ਸਤਿਗੁਰੂ ਜੀ ਦੀ ਗੱਲ ਮੰਨੀ, ਤੇ ਮਹਾਰਾਜ ਜੀ ਨੇ ਫਿਰ ਏਡੀਆਂ ਬਖਸ਼ਿਸ਼ਾਂ ਕੀਤੀਆਂ ਬਾਬਾ ਬੁੱਢਾ ਸਾਹਿਬ ਜੀ ਉੱਤੇ, ਜਿਹੜੀਆਂ ਕਹੀਆਂ ਹੀ ਨਹੀਂ ਜਾ ਸਕਦੀਆਂ। ਏਡੀ ਕਿਰਪਾ, ਬਚਨ ਮੰਨਣ ਵਾਲਿਆਂ ਤੇ ਏਡੀ ਬਖਸ਼ਿਸ਼ ਕਰਦਾ ਹੈ ਗੁਰੂ। 12 ਸਾਲਾਂ ਦੀ ਉਮਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆਏ ਸੀ ਬਾਬਾ ਬੁੱਢਾ ਸਾਹਿਬ ਜੀ। ਤੇ ਆਉਂਦੇ ਆ ਨਾ, ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਸਤਿਗੁਰੂ ਜੀ ਨੇ ਮਰਦਾਨੇ ਨੂੰ ਆਖਿਆ, ਮਰਦਾਨਿਆ ਰਵਾਬ ਛੇੜ ਬਈ ਬਾਣੀ ਆਈ ਹੈ। ਵੇਖੋ ਧੰਨ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ 2 ਸਿੱਖ ਹੋਏ ਨੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬਾਬੇ ਨਾਨਕ ਦੇ ਨਾਲ ਨਿਭਾ ਛੱਡੀ ਹੈ, ਸਾਰੀ ਜ਼ਿੰਦਗੀ ਨਾਲ ਰਹੇ। ਧੰਨ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬਾਬੇ ਦੇ ਹੁਕਮ 'ਚ ਰਹਿ ਕੇ ਰਬਾਬ ਵਜਾਈ ਹੈ, ਕੀਰਤਨ ਕਰਾਇਆ। ਤੇ ਧੰਨ ਭਾਈ ਬਾਲਾ ਜੀ ਮਹਾਰਾਜ
ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜਿੰਨਾ ਚਿਰ ਨਾਲ ਰਹੇ ਨਾ ਸਤਿਗੁਰਾਂ ਦੇ ਉੱਤੇ ਚੌਰ ਕੀਤਾ ਹੈ। ਤੇ ਪ੍ਰੇਮ ਦੇ ਵਿੱਚ ਪੜਿਓ ਧੰਨ ਭਾਈ ਬਾਲਾ ਤੇ ਮਰਦਾਨਾ ਜੀ ਦਾ ਪਿਆਰ। ਇੱਕ ਤਾਰ ਪਿਆ ਛੜੇ ਚੌਰ ਦੂਜੇ ਹੱਥ ਫੱਬੇ, ਇੱਕ ਤਾਰ ਪਿਆ ਛੜੇ ਚੌਰ ਦੂਜੇ ਹੱਥ ਫੱਬੇ। तार पे अछड़े चौर तुझे हाथ फबे, एक तार पे अछड़े चौर तुझे हाथ फबे। मेरे मांगते दो साथी एक सज्जे एक खब्बे, मेरे मांगते दो साथी एक सज्जे एक खब्बे। मेरे मांगते दो साथी एक सज्जे हमारी दे दो साथी एक सज्जे एक खब्बे। मेरे मांगते दो साथी एक सज्जे एक खब्बे। मेरे मांगते दो साथी एक सज्जे एक खब्बे। एक गंगा नहाउण वाला दूजा मक्के दा पुजारी, एक गंगा नहाउण वाला दूजा मक्के दा पुजारी। 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 मेरे साहिब दे नाम सारी उम्र गुजारी, मेरे साहिब दे नाम सारी उम्र गुजारी। मेरे साहिब दे नाम सारी उम्र साहिब दे नाम सारी उम्र गुजारी। मेरे साहिब दे नाम सारी उम्र गुजारी। मेरे साहिब दे नाम सारी उम्र गुजारी। एक तार पे अछड़े चौर दूजे हाथ फटे, एक तार पे अछड़े और दूजे हाथ फटे। एक तार पे अछड़े और दूजे हाथ फटे। और दूजे हाथ फटे। एक तार पे अछड़े और दूजे हाथ फटे। एक तार पे अछड़े और दूजे हाथ फटे। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਸਾਰੀ ਜ਼ਿੰਦਗੀ ਇਦਾਂ ਦਾ ਪਿਆਰ ਨਿਭਾਇਆ ਬਾਬੇ ਮਰਦਾਨੇ ਨੇ ਤੇ ਭਾਈ ਬਾਲੇ ਨੇ। ਸਾਰੀ ਜ਼ਿੰਦਗੀ ਸਤਿਗੁਰੂ ਜੀ ਦੀ ਸੇਵਾ ਚ ਰਹੇ। ਜਦੋਂ ਬਾਬਾ ਬੁੱਢਾ ਸਾਹਿਬ ਦਾ ਮਿਲਾਪ ਹੋਇਆ ਨਾ ਤੇ ਸਤਿਗੁਰੂ ਜੀ ਕਹਿੰਦੇ ਮਰਦਾਨਿਆਂ ਰਵਾਬ ਛੇੜ ਵਈ ਬਾਣੀ ਆਈ। ਤੇ ਵੇਖੋ ਕੀਰਤਨ ਅੱਜ ਵੀ ਹੁੰਦਾ ਹੈ, ਗੁਰੂ ਸਾਹਿਬ ਅੱਜ ਵੀ ਹਾਜ਼ਰ ਨਾਜ਼ਰ ਹੈ। ਪਰ ਇੱਕ ਗੱਲ ਦਾ ਧਿਆਨ ਰੱਖਿਓ, ਮਨ ਲਾ ਕੇ ਕੀਰਤਨ ਕਰਦਾ ਵੀ ਕੋਈ ਹੈ ਤੇ ਮਨ ਲਾ ਕੇ ਸੁਣਦਾ ਵੀ ਕੋਈ ਹੈ। ਕੋਈ ਸੁਣਦਾ ਹੈ। ਨਾਨਕ ਕੋਟਨ ਮੈਂ ਕੋਉ ਨਾਰਾਇਣ ਜਿਹਚੀ, ਕਰੋੜਾਂ ਚੋਂ ਇੱਕ ਹੈ ਕਹਿੰਦੇ। ਪਰ ਕਹਿੰਦੇ ਜਿਹੜਾ ਚਿੱਤ ਲਾ ਕੇ ਸੁਣ ਲੈਂਦਾ ਹੈ ਤੇ ਚਿੱਤ ਲਾ ਕੇ ਜਿਹੜਾ ਗਾ ਲੈਂਦਾ ਹੈ ਉਹਦੀ ਦਰਗਾਹ 'ਚ ਪ੍ਰਵਾਨ ਵੀ ਹੋ ਜਾਂਦਾ ਹੈ। ਬਾਬੇ ਮਰਦਾਨੇ ਨੇ ਰਵਾਬ ਛੇੜੀ। ਕਹਿੰਦੇ ਬਾਬਾ ਬੂੜਾ ਨਾਂ ਸੀ ਉਦੋਂ, ਬੂੜਾ ਘਰਦਿਆਂ ਨੇ ਨਾਂ ਰੱਖਿਆ ਬੂੜਾ। ਤੇ ਕਹਿੰਦੇ ਬੂੜਾ ਜੀ ਨਾ ਬੜੇ ਪਿਆਰ ਦੇ ਨਾਲ ਬਾਣੀ ਸਰਵਣ ਕਰ ਰਿਹਾ। ਇੱਕ ਗੱਲ ਚੇਤੇ ਰੱਖ ਲਿਓ, ਗੁਰੂ ਨਾਨਕ ਸਾਹਿਬ ਦੀ ਨਿਗਾਹ ਜਿਹੜੀ ਸੀ ਨਾ
ਜਿਹਦੇ ਤੇ ਪੈ ਗਈ तर गया। बंदियों करे खुदा नदर गुरु नानक दी, अपना लय बना नदर गुरु नानक दी। ते बाबे बूढ़े नूं जदों वेखिया ना भी है ते 12 सालां दा बच्चा, ये ते उम्र खेडण मल्लण दी है, पर ये बूढ़ा इन्ने प्यार नाल कीर्तन सुन लिया, कहंदे पचकारिया प्यार दे नाल बुलाया, कहंदे आ भी भाई सिखा की नाम है तेरा? कहंदे जी मेरा नाम है बूढ़ा। कहंदे बूढ़िया बड़े प्यार नाल कीर्तन सरवण करदा है, ये लगन कित्थों लगी है? कहंदे महाराज जी मौत दा की पता कदों आ जाए। कहंदे मौत दा ज्ञान कित्थों होया? कहंदे महाराज ओदी फसल है कच्ची वढ़ ले पक्की वढ़ ले। बाबा नानक कहंदा गल सुन बूढ़िया, है भावें तू बच्चा पर गल्लां सियाणियां करदा बुढ़ियां वालियां करदा, तेरा नाम बूढ़ा नहीं बुढ़ा होना चाहिए। नामकरण करता भी तेरा नाम बुढ़ा है। ऐसा प्रेम पिया कहंदे मां नूं घर जाके कह दिता भी मैं हुण ना गुरु नानक जी दे नाल ही रहना है, ते नाल रहे। फिर ऐसी सेवा कमाई, ऐसी घालना कीती बाबे नानक दे, ऐसे बचन मन्ने गुरु नानक ने बाबे बुढ़े नूं इन्ने जोगा कर दिता भी 6वें पातशाह तक गुरियाई दे तिलक धन बाबा बुढ़ा साहब जी दे पासों लगवाए, गुरियाई दे तिलक। ते सुनियो जदों गुरु ग्रंथ साहब महाराज सच्चे पातशाह जी पोथी परमेश्वर का थान गुरु अर्जन देव महाराज जी ने तैयार किया ना, ते पहली बारी प्रकाश करना है श्री हरमंदर साहब सचखंड साहब, ते गुरु अर्जन देव कहन लगे सिखो हुण ये विचार करो भी ये वड्डियां दी बाणी किस सीस ते सजाई जावे। कोई सीस लभो, ऐसा सीस लियाओ जिस सीस ते ये बाणी सजाई हो जावे, सुभाएमान होवे। ते सिख कहन लगे महाराज धन गुरु अर्जन देव जी तुहाडे नालों पवित्र सीस किहदा हो सकदा है? ते वेखो मान देण दी गल है। सतगुरु गुरु अर्जन देव जी कहंदे नहीं, एक सीस है जिहड़ा साडे नालों भी पवित्र है। ते सिख हाथ जोड़ के खड़े महाराज करो किरपा, कौन है वो सीस? कहंदे धन बाबा बुढ़ा साहब जी दा सीस है जिन्हां ने 5 सतगुरां दे सीस चरनां दे उत्ते इस सीस नूं नवाया है। गुरु नानक साहब दे चरनां दे उत्ते इह सीस लग्या है, गुरु अंगद साहब महाराज जी दे चरनां ते सीस लग्या है, गुरु अमरदास महाराज जी दे चरनां ते सीस लग्या है, गुरु रामदास महाराज जी दे चरनां ते सीस लग्या है। ते अपना ते गुरु साहब ने कहा ही नहीं, 5 दे चरनां ते सीस लग्या है। ये ब्रह्म ज्ञानी बाबे बुढ़े नूं बख्शिश होएगी। ये गुरमुख प्यारिओ ब्रह्म ज्ञानी साधु इन्हां दे विच परमेश्वर आप वसदा है। आओ समा हो गया, 2 मिनट का समा बाकी है। साधुआं दे प्रेम दे विच बाबा बुढ़ा साहब जी नूं याद करदिआं होइआं आ धारना पढ़ीए, फिर समाप्ति करिए। समूह संगतां दा, समूह प्रबंधकां दा कोटान कोट वारी धन्नवाद है। प्रेम च पढ़िओ। महाराज कहंदे हर हर जन दोए एक है, बिब विचार कछ नाहि, जल ते उपज तरंग ज्यों जल ही विखै। सतगुरु जी कहंदे ने जिहड़े साधु ने रब दे प्यारे ने, बंदगी वालियां रूहां इहदे विच रब आप ही वसदा है। प्यार च बोलियो सारे। रब ही रूप वटाउंदा जी महापुरखां दे अंदर, ओ रब ही रूप वटाउंदा जी महापुरखां दे अंदर वस के। वटाउंदा संग ते महापुरखां दे अंदर, रब की रूप वटाउंदा जी महापुरखां दे अंदर वस के।
ਸਿੱਖਾਂ ਦੇ ਅੰਦਰ ਵਸ ਕੇ ਪਰਮੇਸ਼ਰ ਵਾਹਿਗੁਰੂ ਆਪ ਸਾਧੂ ਦੇ ਵਿੱਚ ਵਰਤਦਾ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਗੁਰੂ ਨਾਨਕ ਦੀਆਂ ਖੁਸ਼ੀਆਂ ਲਈਆਂ ਹੈ। ਸਿੱਖ ਸੰਗਤੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਆਪਣੀ ਜ਼ਿੰਦਗੀ ਵਿੱਚ ਵੀ ਆਪਾਂ ਦ੍ਰਿੜ ਕਰੀਏ। ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਜੇ ਬਾਬਾ ਬੁੱਢਾ ਸਾਹਿਬ ਜੀ ਲੈ ਸਕਦੇ ਹੈ, ਅਸੀਂ ਵੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕਦੇ ਹਾਂ। ਸਿਧਾਂਤਾਂ ਨੂੰ ਵਿਚਾਰੀਏ, ਜੋ ਗੁਰੂ ਸਾਹਿਬ ਕਹਿ ਕੇ ਗਏ ਹੈ ਉਹਨੂੰ ਮੰਨਣ ਦਾ ਯਤਨ ਕਰੀਏ। ਵਿਚਾਰ ਕਰਦੇ ਸੀ ਪੜ੍ਹਨਾ, ਸੁਣਨਾ ਤੇ ਵਿਚਾਰਨਾ, ਇਹ ਗੱਲ ਵੱਖ ਹੈ, ਪਰ ਪ੍ਰਵਾਨਗੀ ਉਹਨੂੰ ਮਿਲੀ ਹੈ ਜਿਹਨੇ ਪੜ੍ਹੀ ਵੀ ਹੈ, ਸੁਣੀ ਵੀ ਹੈ, ਵਿਚਾਰੀ ਵੀ ਹੈ ਬਾਣੀ ਤੇ ਮਨ ਦੇ ਵਿੱਚ ਮੰਨੀ ਵੀ ਹੈ। ਜੋ ਸੁਣੇ ਕਮਾਵੇ ਸੋ ਉਤਰੈ ਪਾਰ। ਮਹਾਰਾਜ ਕਹਿੰਦੇ ਜਿਹੜੇ ਸੁਣ ਕੇ ਕਮਾਉਂਦੇ ਨੇ ਉਹ ਪਾਰ ਉਤਰਦੇ ਨੇ। ਬਹੁਤ ਬਹੁਤ ਧੰਨਵਾਦ ਸਮੂਹ ਪ੍ਰਬੰਧਕ ਵੀਰਾਂ ਦਾ, ਸਟੇਜ ਸਕੱਤਰ ਸਾਹਿਬ ਤੁਗਾ ਸਾਹਿਬ ਜੀ, ਜਸਵਿੰਦਰ ਸਿੰਘ ਜੀ ਤੁਗਾ ਸਾਹਿਬ, ਤਿੰਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਵਾਰੀ ਸ਼ੁਕਰ ਸ਼ੁਕਰਾਨਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਦਾਸ ਵੱਲੋਂ, ਸਾਰੇ ਜਥੇ ਵੱਲੋਂ ਬਹੁਤ ਬਹੁਤ ਵਧਾਈਆਂ ਹੋਵਣ ਜੀ। ਗੁਰੂ ਨਾਨਕ ਦੇ ਸਿਧਾਂਤਾਂ ਨੂੰ ਮੰਨੀਏ ਤਾਂ ਹੀ ਸਾਡਾ ਭਲਾ ਹੋ ਸਕਦਾ ਹੈ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ, ਗੱਜ ਵੱਜ ਕੇ ਫਤਿਹ ਬੁਲਾਓ। ਆਏ ਹੋਏ ਜਥੇ ਦਾ ਧੰਨਵਾਦ, ਜਿਉਂ ਆਏ ਆ ਉਹਨਾਂ ਦੇ ਪਾਸੋਂ ਆਪ ਜੀ ਗੁਰਬਾਣੀ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।